ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਨੂੰ ਅਸੀਂ ਸੁਣਨ ਜਾ ਰਹੇ, ਪਰ ਇਸ ਤੋਂ ਪਹਿਲਾਂ ਕਿ ਅਸੀਂ ਇਸ ਵਚਨ ਨੂੰ ਸੁਣੀਏ, ਮੈਂ ਆਪ ਸਭ ਦਾ ਧੰਨਵਾਦ, ਆਪ ਦੀ ਤਾਰੀਫ ਕਰਦਾ ਹਾਂ ਜੋ ਤੁਸੀਂ ਰੋਜ਼ ਮੈਨੂੰ ਆਪਣੇ ਵਚਨ ਦੇ ਨਾਲ ਰੂਬਰੂ ਹੋ ਕੇ ਸੁਣਦੇ ਹੋ ਅਤੇ ਉਸ ਦੇ ਉੱਤੇ ਤੁਸੀਂ ਮਨਨ ਕਰਦੇ ਹੋ, ਕਿਉਂਕਿ ਮਨਨ ਕਰਨਾ ਅਤੇ ਉਸ ਦੇ ਵਚਨ ਨੂੰ ਸੁਣਨਾ ਇਹ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ। ਕਿਉਂਕਿ ਮਨਨ ਕਰਨ ਦੇ ਨਾਲ ਸਾਨੂੰ ਪਰਮੇਸ਼ਰ ਦੀ ਯੋਜਨਾ ਅਤੇ ਪਰਮੇਸ਼ਰ ਦੀ ਸਮਝ ਸਾਡੇ ਜੀਵਨ ਦੇ ਵਿੱਚ ਕੰਮ ਕਰਦੀ ਹੈ ਅਤੇ ਸੁਣਨ ਦੇ ਨਾਲ ਅਸੀਂ ਪਰਮੇਸ਼ਰ ਦੇ ਉਹ ਵਿਚਾਰਾਂ ਨੂੰ ਜਾਣਦੇ ਹਾਂ ਜੋ ਪਰਮੇਸ਼ਰ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਦੇਣਾ ਚਾਹੁੰਦਾ ਹੈ। ਪਿਆਰੇ ਅਜ਼ੀਜ਼, ਆਪ ਨੇ ਇਸ ਵਚਨ ਨੂੰ ਸੁਣਿਆ ਹੀ ਨਹੀਂ ਬਲਕਿ ਦੂਸਰਿਆਂ ਤੱਕ ਵੀ ਪਹੁੰਚਾਉਣ ਦੇ ਲਈ ਜੋ ਤੁਸੀਂ ਯੋਗਦਾਨ ਦੇ ਰਹੇ ਹੋ, ਉਸ ਦੇ ਲਈ ਵੀ ਮੈਂ ਆਪ ਦਾ ਧੰਨਵਾਦ ਕਰਦਾ। ਔਰ ਸਭ ਤੋਂ ਵੱਧ ਕੇ ਮੈਂ ਆਪ ਦਾ ਧੰਨਵਾਦ ਕਰਦਾ ਜੋ ਤੁਸੀਂ ਪਰਮੇਸ਼ਰ ਦੇ ਵਿੱਚ ਮੈਨੂੰ ਇਸ ਵਚਨ ਨੂੰ ਬੋਲਣ ਦੇ ਲਈ ਔਰ ਇਸ ਦੇ ਭੇਤਾਂ ਨੂੰ ਸਮਝ ਕੇ ਸਮਝਾਉਣ ਦੇ ਲਈ ਜੋ ਪਰਮੇਸ਼ਰ ਮੇਰੀ ਮਦਦ ਕਰਦਾ ਹੈ ਆਪ ਦੀ ਪ੍ਰਾਰਥਨਾ ਨੂੰ ਰਾਹੀਂ, ਮੈਂ ਉਸ ਦੇ ਲਈ ਆਪ ਸਭ ਦਾ ਸ਼ੁਕਰਗੁਜ਼ਾਰ ਹਾਂ। ਆਪਣੇ ਇਸ ਨਿਮਾਣੇ ਦਾਸ ਨੂੰ ਪਰਮੇਸ਼ਰ ਦੇ ਵਿੱਚ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਯਾਦ ਰੱਖਣਾ ਔਰ ਇਸ ਸੇਵਾ ਦੇ ਲਈ ਲਗਾਤਾਰ ਪ੍ਰਾਰਥਨਾ ਕਰਦੇ ਰਹਿਣਾ ਤਾਂ ਕਿ ਪ੍ਰਭੂ ਆਪਣੇ ਮਹਿਮਾ ਦੇ ਲਈ ਸਾਨੂੰ ਇਸਤੇਮਾਲ ਕਰੇ ਔਰ ਪ੍ਰਭੂ ਦਾ ਨਾਮ ਚਾਹੇ। ਆਓ ਅਸੀਂ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਕੇ ਇਸ ਵਚਨ ਦੇ ਸਿੱਖਣ ਦੇ ਭੇਤ ਨੂੰ ਪਰਮੇਸ਼ਰ ਕੋਲ ਜਾਣ ਸਕੀਏ। ਯਾਲੋ ਪ੍ਰਭੂ, ਅਸੀਂ ਤੇਰਾ ਸ਼ੁਕਰਗੁਜ਼ਾਰ ਕਰਦੇ ਹਾਂ, ਤੂੰ ਸਾਨੂੰ ਆਪ ਦੇ ਵਚਨ ਨੂੰ ਸਿੱਖਣ ਦੇ ਲਈ ਪਰਮੇਸ਼ਰ ਤਾਂ ਅੱਜ ਫੇਰ ਇੱਕ ਨਵਾਂ ਵਚਨ ਅਤੇ ਨਵੀਂ ਸਮਝ ਦੀਆਂ ਗੱਲਾਂ ਅਤੇ ਨਵਾਂ ਗਿਆਨ ਸਾਨੂੰ ਦੇਣ ਜਾ ਰਿਹਾ, ਜਿਸ ਦੇ ਨਾਲ ਅਸੀਂ ਮਸੀਹੀ ਵਿਸ਼ਵਾਸੀ ਜੀਵਨ ਦੇ ਵਿੱਚ ਦਿਨ ਪ੍ਰਤੀ ਦਿਨ ਵਧਦੇ ਜਾਈਏ ਔਰ ਤੇਰੀ ਮਹਿਮਾ ਕਰੀਏ। ਜੋ ਵਿਸ਼ਵਾਸ ਦੇ ਵਿੱਚ ਨਹੀਂ, ਉਹਨਾਂ ਨੂੰ ਇਸ ਵਚਨ ਦੇ ਨਾਲ ਹੀ ਸਮਝਦੇ ਤਾਂ ਕਿ ਉਹ ਆਪਣੇ ਜੀਵਨਾਂ ਨੂੰ ਤੇਰੇ ਵਿੱਚ ਸੁਰੱਖਿਅਤ ਕਰ ਸਕਣ ਅਤੇ ਉਸ ਸਦੀਵੀ ਮੌਤ ਤੋਂ ਬਚ ਕੇ ਤੇਰੇ ਨਾਮ ਦੀ ਮਹਿਮਾ ਕਰ ਸਕਣ। ਅੱਜ ਦੇ ਇਸ ਵਚਨ ਦੇ ਭਾਗ ਨੂੰ ਅਤੇ ਸੁਣਨ ਵਾਲਿਆਂ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਇਹ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਯਸ਼ਾਇਆ 61:4-6 ਦੇ ਵਿੱਚੋਂ ਲਿਆ ਹੈ। ਮੈਂ ਆਪ ਨੂੰ ਇਸ ਵਚਨ ਨੂੰ ਰੂਬਰੂ ਹੋ ਕੇ ਪੜ੍ਹ ਰਿਹਾ। ਇੱਥੇ ਲਿਖਿਆ ਹੈ, ਉਹ ਪ੍ਰਾਚੀਨ ਵਾਦੀਆਂ ਨੂੰ ਬਣਾਉਣਗੇ, ਉਹ ਪਹਿਲੇ ਵੀਰਾਨੀਆਂ ਨੂੰ ਉਸਾਰਣਗੇ ਅਤੇ ਉਹ ਬਰਬਾਦ ਸ਼ਹਿਰਾਂ ਨੂੰ ਅਤੇ ਬਹੁਤ ਪੀੜ੍ਹੀਆਂ ਦੀਆਂ ਬਿਰਾਨਿਆਂ ਨੂੰ ਮੁਰੰਮਤ ਕਰਨਗੇ। ਪਰਦੇਸੀ ਆ ਖੜੇ ਹੋਣਗੇ ਅਤੇ ਤੁਹਾਡੇ ਇਜੜਾਂ ਨੂੰ ਚਾਰਨਗੇ। ਓਪਰੇ ਤੁਹਾਡੇ ਹਾਲੀ ਤੇ ਮਾਲੀ ਹੋਣਗੇ। ਤੁਸੀਂ ਯਹੋਵਾ ਦੇ ਯਾਜਕ ਕਹਾਓਗੇ। ਲੋਕ ਤੁਹਾਨੂੰ ਸਾਡੇ ਪਰਮੇਸ਼ਰ ਦੇ ਸੇਵਾਦਾਰ ਆਖਣਗੇ। ਤੁਸੀਂ ਕੌਮਾਂ ਦਾ ਧਨ ਖਾਓਗੇ ਅਤੇ ਉਹਨਾਂ ਦੇ ਮਾਲ ਮਤੇ ਅਤੇ ਉੱਤੇ ਅਪਮਾਨ ਕਰੋਗੇ। ਉਹਨਾਂ ਦੇ ਮਾਲ ਮਤੇ ਤੇ ਅਪਮਾਨ ਕਰੋਗੇ। ਇਸ ਦਾ ਜੋ ਮੈਂ ਮੁੱਖ ਵਿਸ਼ਾ ਲਿਆ ਹੈ ਯਸ਼ਾਇਆ 61:4-6 ਆਇਤਾਂ ਦੇ ਵਿੱਚੋਂ, ਯਾਜਕ ਦਾ ਕੰਮ ਤੇ ਕਰਤੱਵ ਕੀ ਹੈ। ਯਾਜਕ ਦਾ ਕੰਮ ਤੇ ਕਰਤੱਵ ਕੀ ਹੈ। ਪਹਿਲੀ ਗੱਲ ਮੈਂ ਆਪ ਨੂੰ ਇਹ ਦੱਸਣਾ ਚਾਹੁੰਦਾ ਹਾਂ, ਕਈ ਲੋਕਾਂ ਨੂੰ ਯਾਜਕ ਦਾ ਪਤਾ ਨਹੀਂ। ਇਸਰਾਇਲ ਰਾਜ ਦੇ ਉੱਤੇ ਜਦੋਂ ਪਰਮੇਸ਼ਰ ਨੇ ਉਸ ਨੂੰ ਚੁਣਿਆ ਅਤੇ ਆਪਣੇ ਵਿੱਚ ਬਹਾਲ ਕੀਤਾ, ਮੂਸਾ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਜਦੋਂ ਮਿਸਰ ਤੋਂ ਆਪਣੇ ਸਿਯੋਨ ਪਹਾੜ ਕੋਲ ਲੈ ਕੇ ਆਇਆ ਤਾਂ ਪਰਮੇਸ਼ਰ ਨੇ ਉੱਥੇ ਉਹਨਾਂ ਨੂੰ ਵਿਵਸਥਾ ਦਿੱਤੀ। ਉਸ ਵਿਵਸਥਾ ਦੇ ਵਿੱਚ ਪਰਮੇਸ਼ਰ ਨੇ ਆਪਣੇ ਮੰਦਰ, ਆਪਣੇ ਤੰਬੂ ਦੀ ਸੇਵਾ ਦੇ ਲਈ ਲੇਵੀ ਅਤੇ ਯਾਜਕ ਅਤੇ ਮਹਾਯਾਜਕਾਂ ਦਾ ਚੋਣ ਕੀਤਾ। ਜਿਹੜੇ ਲੇਵੀ ਸੀ ਉਹ ਤੰਬੂ ਨੂੰ ਲੈ ਕੇ ਚੁੱਕ ਕੇ ਤੁਰਦੇ ਸੀ, ਉਹਨਾਂ ਨੂੰ ਉਹ ਸੇਵਾ ਦਿੱਤੀ ਗਈ ਸੀ। ਯਾਜਕ ਉਹ ਜੋ ਆਪਣਾ, ਜੇ ਕਿਸੇ ਇਸਰਾਇਲ ਨੇ ਜਾਂ ਕਿਸੇ ਨੇ ਵੀ ਪਾਪ ਕੀਤਾ ਹੈ, ਉਹਨਾਂ ਦੀਆਂ ਭੇਂਟਾਂ ਨੂੰ ਲੈ ਕੇ ਪਰਮੇਸ਼ਰ ਦੇ ਅੱਗੇ ਬਲੀਦਾਨ ਕਰਦੇ ਸੀ। ਅਤੇ ਮਹਾਯਾਜਕ ਸਾਰੀ ਕੌਮ ਦੇ ਲਈ ਸਾਲ ਦੇ ਵਿੱਚ ਇੱਕ ਵਾਰ ਪਰਮੇਸ਼ਰ ਦੇ ਤੰਬੂ ਦੇ ਅੰਦਰ ਪਵਿੱਤਰ
ਮੇਮਨੇ ਦਾ ਲਹੂ ਲੈ ਕੇ ਜਾਂਦਾ ਸੀ ਅਤੇ ਦੁੱਧ ਦਿਖਾਉਂਦਾ ਸੀ। ਇਹ 3 ਪਾਠ ਜਿਹੜੇ ਸੀ ਅਸੀਂ ਇਸਰਾਇਲ ਦੇ ਵਿੱਚ ਜਦੋਂ ਸਿਯੋਨ ਤੋਂ ਮਿਸਰ ਤੋਂ ਛੁੱਟ ਕੇ ਸਿਯੋਨ ਪਹਾੜ ਕੋਲ ਆਏ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਸ਼ਰ੍ਹਾ ਦਿੱਤੀ ਅਤੇ ਸ਼ਰ੍ਹਾ ਦੇ ਨਾਲ ਆ ਨਿਯਮ ਵੀ ਉਹਨਾਂ ਦੇ ਅੱਗੇ ਰੱਖੇ। ਪਰ ਅੱਜ ਜਦੋਂ ਮੈਂ ਯਸ਼ਾਇਆ ਦੀ ਇਸ ਪੁਸਤਕ ਨੂੰ ਪੜ੍ਹ ਰਿਹਾ ਸਾਂ ਤਾਂ ਇਹ ਦੂਸਰੀ ਕਮਿੰਗ ਦੇ ਵਿੱਚ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ। ਪਰ ਇੱਥੇ ਉਹ ਦੱਸਦਾ ਹੈ ਕਿ ਉਹ ਪ੍ਰਾਚੀਨ ਬਰਬਾਦੀਆਂ ਨੂੰ ਬਣਾਉਣਗੇ ਅਤੇ ਉਹ ਪਹਿਲੀਆਂ ਵੀਰਾਨੀਆਂ ਨੂੰ ਉਸਾਰਨਗੇ। ਇਹ ਪਰਮੇਸ਼ਰ ਦਾ ਕਾਰਜ ਪਰਮੇਸ਼ਰ ਦੇ ਲੋਕਾਂ ਨੂੰ ਜਿਹੜੇ ਚੁਣੇ ਹੋਏ ਆ ਉਹਨਾਂ ਨੂੰ ਦਿੱਤਾ ਗਿਆ। ਯਾਜਕ ਦੀ ਦੁੱਗਣੀ ਜ਼ਿੰਮੇਵਾਰੀ ਹੁੰਦੀ ਹੈ। ਯਾਜਕ ਦਾ ਕੰਮ ਛੋਟਾ ਕੰਮ ਨਹੀਂ ਹੈ, ਬਹੁਤ ਵੱਡਾ ਕੰਮ ਹੈ। ਜਦੋਂ ਮੈਂ ਪੜ੍ਹਿਆ ਸਾ ਇਸਰਾਇਲ ਦੇ ਯਾਜਕਾਂ ਦੇ ਇਸ ਭਾਗ ਨੂੰ ਤਾਂ ਉੱਥੇ ਇਸਰਾਇਲ ਦੇ ਵਿੱਚ ਘੱਟੋ ਘੱਟ 1 ਲੱਖ ਤੋਂ ਵੱਧ ਮੇਮਨਿਆਂ ਦਾ ਬਲੀਦਾਨ ਹੁੰਦਾ ਸੀ, ਉਹ ਯਾਜਕ ਕਰਦੇ ਸੀ। ਔਰ ਇਹ ਬੜੀ ਜ਼ਿੰਮੇਵਾਰੀ ਵਾਲਾ ਕੰਮ ਹੈ। ਇਹ ਕੋਈ ਆਮ ਕੰਮ ਨਹੀਂ ਅਸੀਂ ਮੂੰਹ ਚੱਕਿਆ ਤੇ ਕਰ ਲਿਆ। ਸਭ ਤੋਂ ਪਹਿਲਾਂ ਯਾਜਕ ਨੂੰ ਪਵਿੱਤਰ ਹੋਣਾ ਹੈ ਔਰ ਪਵਿੱਤਰਤਾ ਦਾ ਮਤਲਬ ਹੈ ਉਸ ਨੇ ਆਪਣੇ ਗੁਨਾਹਾਂ ਤੋਂ ਆਪਣੀਆਂ ਸਭ ਚੀਜ਼ਾਂ ਤੋਂ ਪਰਮੇਸ਼ਰ ਦੇ ਅੱਗੇ ਮੁਕਤ ਤਦ ਉਹ ਕੰਮ ਕਰ ਸਕਦਾ ਹੈ, ਨਹੀਂ ਤਾਂ ਉਹ ਇਹ ਕੰਮ ਨਹੀਂ ਸੀ ਕਰ ਸਕਦਾ। ਉਹ ਪਰਮੇਸ਼ਰ ਦੇ ਨਾ ਅੰਦਰ ਭਵਨ ਦੇ ਵਿੱਚ ਵੜ ਸਕਦਾ ਹੈ ਨਾ ਵਿਹੜੇ 'ਚ ਜਾ ਸਕਦਾ ਸੀ। ਇਸ ਲਈ ਯਾਜਕ ਦੀ ਜ਼ਿੰਮੇਵਾਰੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਕਿਸੇ ਵੀ ਲੋੜ ਦੇ ਲਈ ਪਰਮੇਸ਼ਰ ਨੂੰ ਪੁਕਾਰਨਾ ਅਤੇ ਪਰਮੇਸ਼ਰ ਦਾ ਸੰਦੇਸ਼ ਲੋਕਾਂ ਨੂੰ ਦੇਣਾ, ਦੂਜੇ ਲੋਕਾਂ ਦੇ ਲਈ ਉਹਨਾਂ ਦੀ ਲੋੜਾਂ ਦੇ ਅਨੁਸਾਰ ਸੰਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਯਾਜਕ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਾ ਸਕਦਾ ਸੀ। ਹੁਣ ਵਿਸ਼ਵਾਸੀ ਲੋਕ ਪਰਮੇਸ਼ਰ ਦੇ ਯਾਜਕ ਹਨ। ਅੱਜ ਦੇ ਸਮੇਂ ਦੇ ਵਿੱਚ ਵਿਸ਼ਵਾਸੀ ਲੋਕ ਪਰਮੇਸ਼ਰ ਦੇ ਯਾਜਕ ਹਨ, ਕਿਉਂਕਿ ਜਦੋਂ ਅਸੀਂ ਪਹਿਲਾ ਪਤਰਸ ਉਹਦਾ 1 ਅਧਿਆਇ ਅਤੇ ਉਸ ਦੀ 9 ਆਇਤ ਨੂੰ ਪੜ੍ਹਦੇ ਹਾਂ ਤਾਂ ਉੱਥੇ ਪਤਰਸ ਕੁਝ ਇਸ ਪ੍ਰਕਾਰ ਕਹਿੰਦਾ ਹੈ। 2 ਦਾ 9 ਦੇ ਵਿੱਚ ਇਸ ਤਰ੍ਹਾਂ ਕਹਿੰਦਾ ਹੈ ਕਿ ਪਰ ਤੁਸੀਂ ਚੁਣਿਆ ਹੋਇਆ ਵੰਸ਼, ਯਾਜਕਾਂ ਦੀ ਸ਼ਾਹੀ ਮੰਡਲੀ ਅਤੇ ਪਵਿੱਤਰ ਕੌਮ, ਪਰਮੇਸ਼ਰ ਦੀ ਖਾਸ ਪ੍ਰਜਾ ਹੋ। ਭਾਈ ਤੁਸੀਂ ਉਹਦੇ ਗੁਣਾਂ ਦਾ ਪ੍ਰਚਾਰ ਕਰੋ ਜਿਹਨੇ ਤੁਹਾਨੂੰ ਹਨੇਰਿਓਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ ਹੈ। ਕਹਿੰਦਾ ਹੈ ਕਿ ਹੁਣ ਤੁਸੀਂ ਪਰਮੇਸ਼ਰ ਦੇ ਯਾਜਕ ਹੋ ਮਸੀਹ ਯਿਸੂ ਦੇ ਵਿੱਚ। ਵਿਸ਼ਵਾਸੀਆਂ ਨੂੰ ਪਤਰਸ ਇਸ ਪ੍ਰਕਾਰ ਇਸ ਸਮੇਂ ਕਹਿ ਰਿਹਾ ਹੈ। ਔਰ ਯਾਜਕ ਦੇ ਬਾਰੇ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਯਾਜਕ ਪਰਮੇਸ਼ਰ ਦੇ ਲਈ ਗੰਭੀਰ ਹੋਣਾ ਜ਼ਰੂਰੀ ਹੈ। ਜੇ ਅਸੀਂ ਪਰਮੇਸ਼ਰ ਦੇ ਲਈ ਚੁਣੇ ਗਏ ਹਾਂ, ਪਰਮੇਸ਼ਰ ਨੇ ਸਾਨੂੰ ਚੁਣ ਲਿਆ ਹੈ ਆਪਣੇ ਪੁੱਤਰ ਮਸੀਹ ਯਿਸੂ ਵਿੱਚ, ਸਾਡਾ ਚੁਣਾਵ ਕਰ ਲਿਆ ਹੈ, ਤਾਂ ਸਾਨੂੰ ਉਹਦੇ ਲਈ ਗੰਭੀਰ ਹੋਣਾ ਹੈ। ਸਾਨੂੰ ਮੁੜ ਉਹ ਕੰਮ ਨਹੀਂ ਕਰਨੇ ਆ ਜੋ ਅਸੀਂ ਪਹਿਲਾਂ ਕਰਦੇ ਸੀ। ਪਹਿਲਾਂ ਅਸੀਂ ਝੂਠ ਬੋਲਦੇ ਸੀ, ਠੱਗੀਆਂ ਮਾਰਦੇ ਸੀ, ਬੁਰੇ ਕੰਮ ਕਰਦੇ, ਜਨਾਹ ਕਰਦੇ ਸੀ, ਹਰ ਤਰ੍ਹਾਂ ਦੇ ਭੈੜੇ ਕੰਮ ਕਰਦੇ ਸੀ। ਪਰ ਜਦੋਂ ਪਰਮੇਸ਼ਰ ਪੁੱਤਰ ਨੇ ਆਪਣੀ ਜਾਨ ਕਲਵਰੀ ਕਰੂਸ ਦੇ ਉੱਤੇ ਦੇ ਕੇ ਆਪਣਾ ਲਹੂ ਬਹਾ ਕੇ ਮੈਨੂੰ ਚੁਣ ਲਿਆ, ਮੈਨੂੰ ਯਾਜਕ ਬਣਾ ਲਿਆ, ਤਾਂ ਮੈਂ ਹੁਣ ਗੰਭੀਰ ਹੋਣਾ ਹੈ। ਹੁਣ ਮੈਨੂੰ ਸੀਰੀਅਸ ਹੋਣਾ ਹੈ। ਗੰਭੀਰ ਦਾ ਮਤਲਬ ਪਰਮੇਸ਼ਰ ਦੀ ਗਹਿਰਾਈ ਵਿੱਚ ਚਲੇ ਜਾਣਾ ਹੈ। ਯਾਰੋ, ਯਾਜਕ ਦੇ 2 ਕੰਮ ਹੈ, 2 ਦੀ ਬਜਾਏ 3 ਵੀ ਕਹਿ ਸਕਦੇ। ਯਾਜਕ ਦਾ ਕੰਮ ਹੈ ਪਹਿਲਾ ਆਪਣੇ ਆਪ ਨੂੰ ਪਵਿੱਤਰ ਕਰਨਾ, ਦੂਸਰਾ ਕੰਮ ਹੈ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਉਸ ਦੇ ਅਨੁਸਾਰ ਕਾਰਜ ਕਰਨਾ, ਤੀਸਰਾ ਪ੍ਰਾਰਥਨਾ ਕਰਦੇ ਰਹਿਣਾ। 3 ਕਾਰਜ ਬੜੇ ਇੰਪੋਰਟੈਂਟ ਹਨ ਔਰ ਇਹ ਕੰਮਾਂ ਦੇ ਨਾਲ ਉਸ ਦਾ ਕਰਤੱਵ ਹੈ ਕਿ ਪਰਮੇਸ਼ਰ ਦੇ ਵਚਨ ਨੂੰ ਜੋ
ਮੈਨੂੰ ਅਤੇ ਆਪ ਨੂੰ ਦਿੱਤਾ ਗਿਆ ਹੈ ਸਰਬੱਤ ਸ੍ਰਿਸ਼ਟੀ ਦੇ ਵਿੱਚ ਜਾ ਕੇ ਉਸ ਦੀ ਖੁਸ਼ਖਬਰੀ ਨੂੰ ਸੁਣਾਉਣਾ ਜਦ ਤੱਕ ਉਹ ਆ ਨਾ ਜਾਵੇ। ਇਹ ਯਾਜਕ ਦਾ ਕੰਮ ਹੈ। ਤੁਸੀਂ ਪ੍ਰਭੂ ਵਿੱਚ ਯਾਜਕ ਬਣ ਗਏ ਹੋ। ਯਾਜਕ ਕਦੋਂ ਬਣਦਾ ਹੈ? ਜਦੋਂ ਉਹ ਤੌਬਾ ਕਰ ਲੈਂਦਾ। ਤੌਬਾ ਕਰ ਲੈਂਦਾ। ਤੌਬਾ ਕਰਨ ਦਾ ਮਤਲਬ ਕੀ ਹੈ? ਇਸ ਗੱਲ ਨੂੰ ਆਪਣੇ ਵਿੱਚ ਇਕਰਾਰ ਕਰਨਾ ਕਿ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਮੇਰੇ ਪਾਪਾਂ ਦੇ ਲਈ ਆਇਆ। ਜਿਸ ਗੱਲ ਨੂੰ ਮਤੀ ਰਚੀ ਸੁਸਮਾਚਾਰ 1:25 ਦੇ ਵਿੱਚ 1:21 ਦੇ ਵਿੱਚ ਲਿਖਿਆ ਹੈ ਕਿ ਉਹ ਕੁਆਰੀ ਗਰਭਵਤੀ ਹੋਵੇਗੀ ਅਤੇ ਇੱਕ ਬਾਲਕ ਨੂੰ ਜਣੇਗੀ ਅਤੇ ਤੂੰ ਉਸ ਦਾ ਨਾਂ ਯਿਸੂ ਰੱਖਿਓ, ਆਪਣੇ ਲੋਕਾਂ ਨੂੰ ਪਾਪਾਂ ਤੋਂ ਬਚਾਵੇਗਾ। ਬੜਾ ਸਪਸ਼ਟ ਹੈ। ਦੂਸਰੀ ਗੱਲ ਉਹਦੇ ਬਾਰੇ ਲਿਖੀ ਹੈ, ਤੂੰ ਉਸ ਦਾ ਨਾਮ ਇਮੈਨੂਅਲ ਰੱਖਣਾ। ਉਹ ਆਪਣੇ ਲੋਕਾਂ ਦੇ ਨਾਲ ਹੋਵੇਗਾ। ਜਿਸ ਦਾ ਨਾਮ ਇਮੈਨੂਅਲ ਸਦਾਇਆ ਜਾਏਗਾ, ਜਿਸ ਦਾ ਮਤਲਬ ਪਰਮੇਸ਼ਰ ਸਾਡੇ ਨਾਲ। ਪਹਿਲਾਂ ਸਾਡੇ ਨਾਲ ਨਹੀਂ ਸੀ, ਪਰ ਜਦੋਂ ਅਸੀਂ ਤੌਬਾ ਕਰ ਲਈ, ਪਰਮੇਸ਼ਰ ਦੇ ਅੱਗੇ ਉਹਦੇ ਪੁੱਤਰ ਦੀ ਕੁਰਬਾਨੀ ਨੂੰ ਸਵੀਕਾਰ ਕਰ ਲਿਆ, ਪਰਮੇਸ਼ਰ ਤੂੰ ਮੈਨੂੰ ਬਚਾਉਣ ਦੇ ਲਈ ਆਪਣਾ ਪਿਆਰਾ ਪੁੱਤਰ ਪ੍ਰਭੂ ਯਿਸੂ ਮਸੀਹ ਮੇਰੇ ਲਈ ਦੇ ਦਿੱਤਾ। ਉਹ ਮੇਰੇ ਪਾਪਾਂ ਦੇ ਲਈ ਮਾਰਿਆ ਗਿਆ ਕਲਵਰੀ ਕਰੂਸ ਦੇ ਉੱਤੇ ਅਤੇ ਮੇਰੇ ਪਾਪੀ ਦੇ ਲਈ ਉਹ ਧਰਤੀ ਦੇ ਵਿੱਚ ਦਫਨ ਹੋ ਗਿਆ ਅਤੇ ਮੇਰੇ ਪਾਪੀ ਨੂੰ ਜੀਵੰਤ ਕਰਨ ਦੇ ਲਈ ਉਹ ਤੀਸਰੇ ਦਿਨ ਜੀ ਉੱਠਿਆ। ਹੁਣ ਮੈਂ ਤੇਰੇ ਪੁੱਤਰ ਮਸੀਹ ਯਿਸੂ ਦੇ ਵਿੱਚ ਜਿਉਂਦਾ ਹਾਂ। ਹੁਣ ਮੇਰਾ ਜੀਵਨ ਮੇਰਾ ਨਹੀਂ, ਪ੍ਰਭੂ ਤੇਰਾ ਹੈ। ਇਸ ਨੂੰ ਆਪਣੀ ਇੱਛਾ ਦੇ ਅਨੁਸਾਰ ਚਲਾ। ਇਹ ਗੱਲ ਮੈਂ ਆਪ ਦੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਸਵੀਕਾਰ ਕਰਦਾ ਹਾਂ। ਆਮੇਨ। ਇੰਨਾ ਕਹਿਣ ਦੇ ਨਾਲ ਨਵਾਂ ਜਨਮ ਹੋ ਜਾਏਗਾ ਅਤੇ ਤੁਸੀਂ ਪ੍ਰਭੂ ਦੇ ਯਾਜਕ ਬਣ ਜਾਓਗੇ। ਤੁਸੀਂ ਪਰਮੇਸ਼ਰ ਦੀ ਆਵਾਜ਼ ਸੁਣਨ ਵਾਲੇ ਹੋ ਜਾਓਗੇ। ਤੁਸੀਂ ਪਰਮੇਸ਼ਰ ਦੇ ਅੱਗੇ ਉਸ ਦੇ ਵਚਨ ਨੂੰ, ਉਸ ਦਾ ਮਨਨ ਕਰਨ ਵਾਲੇ ਹੋ ਜਾਓਗੇ। ਤੁਸੀਂ ਪਰਮੇਸ਼ਰ ਦੇ ਅੱਗੇ ਇੱਕ ਸੱਚੀ ਅਤੇ ਪਵਿੱਤਰ ਪ੍ਰਾਰਥਨਾ ਕਰਨ ਵਾਲੇ ਹੋ ਜਾਓਗੇ। ਹੁਣ ਮੈਂ ਦੇਖਦਾ ਕਿ ਹਰ ਸਮੇਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਾ ਸਕਦੇ ਹਾਂ। ਪਰਮੇਸ਼ਰ ਦੇ ਯਾਜਕ ਦੇ ਰੂਪ ਵਿੱਚ ਕਿਸੇ ਵੀ ਸਮੇਂ ਕਿਸੇ ਵੀ ਵਿਸ਼ੇ ਜਾਂ ਸਮੱਸਿਆ ਦੇ ਲਈ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਵਿੱਚ ਜਾਣ ਦੇ ਵਿਸ਼ੇ ਖਾਸ ਦਲੇਰੀ ਨੂੰ ਅਸੀਂ ਪ੍ਰਾਪਤ ਕਰਦੇ ਹਾਂ ਅਤੇ ਉਸ ਦੇ ਲਈ ਅਸੀਂ ਪਰਮੇਸ਼ਰ ਦੇ ਕੋਲ ਗੋਡਿਆਂ ਦੇ ਪਾਰ ਆਪਣੀ ਹਰ ਇੱਕ ਸਮੱਸਿਆ ਨੂੰ ਰੱਖ ਸਕਦੇ ਹਾਂ ਅਤੇ ਉਹ ਜੇ ਅਸੀਂ ਪਰਮੇਸ਼ਰ ਦੇ ਯਾਜਕ ਹਾਂ ਤਾਂ ਉਸ ਦਾ ਪ੍ਰਤੀਉੱਤਰ ਸਾਡੇ ਜੀਵਨ 'ਚ ਦੇਗਾ। 3 ਤਰੀਕਿਆਂ ਦੇ ਨਾਲ। ਨੰਬਰ 1, ਉਹ ਕਹੇਗਾ ਠਹਿਰੋ। ਨੰਬਰ 2, ਉਹ ਕਹੇਗਾ हाँ हो जाएगा। नंबर 3, वो कहेगा नहीं, ये नहीं। 3 तरह के उत्तर 3 तरीकों के नाल मेरे जीवन दे विच वो देवेगा। याजक दा काम है प्रार्थना करनी, अपने लिए प्रार्थना करनी, अपने परिवार दे लिए प्रार्थना करनी, परमेश्वर दे झुंड दे लिए प्रार्थना करनी, उस समाज दे लिए प्रार्थना करनी जिहड़ा प्रभु नूं नहीं जानदा। ये याजक दा काम है। पहला अपने लिए प्रार्थना करनी है, फिर अपने परिवार लिए प्रार्थना करनी है, फिर अपने झुंड दे लिए प्रार्थना करनी है, फिर समाज के उन्हां लोकां लिए प्रार्थना करनी है जिहड़े परमेश्वर नूं नहीं जानदे, ताकि वो बचाए जा सकण। क्योंकि परमेश्वर का आदेश है कि हर एक मनुख जो इस धरती ते है वो बचाया जाए। परमेश्वर नहीं चाहता किसी मनुख का नाश होवे, बल्कि वो चाहता है कि वो बचाया जाए। चौथी आयत विच एक गल लिखी हुई है, जदों कार दा 4 पढ़दे आ, वो प्राचीन बिरानियां नूं बनाउणगे, प्राचीन बिरानियां नूं बनाउणगे, वो पहली बिरानियां नूं उसारनगे। आत्मिक तौर ते परमेश्वर दे याजकां नूं जो पाप विच जीवन गुजार रहे हन उन्हां दे प्रति यह अधिकार दिता गया। सब तो पहला असीं परमेश्वर दी किरपा तो मुक्ति पाउंदे हां, उसके बाद मुक्ति ना पाए हुए मित्रा, माता पिता, पति पत्नी अते बच्चों के लिए प्रार्थना कर सकते हैं। उन्हां दी वीरान जिंदगी नूं सुंदर बनाउण दे लई, उन्हां दी वीरान जिंदगी विच खुशहाली लियाउण दे लई असीं प्रार्थना कर सकते हैं।
ये याजक का काम है। फिर असी परमेश्वर के सेवादार याजक कहाँ। मैं बहुत सारे लोगों को देखता हाँ कि वो एक कुर्सी नूं फड़ के बैठ जाते हैं। वो कहते आ कि एक काम तो अपना भेडां दा है, झुंड दा है, असी नहीं, एक काम तो कई कहते प्रचारक दा है, प्रचारक ने करना है। प्रभु यीशु मसीह ने जदों ये आदेश दिता सी, हौली कमीशन दिता सी, और मरकुस 16:15 दे विच कहा सी, उन्हें की कहा सी, जाओ जाके सर्वत्र सृष्टि विच मेरी खुशखबरी का प्रचार करो। उत्थे किसी का नाम नहीं लिखा कि उत्थे याजक है, कि उत्थे चेले है, कि उत्थे हर एक जिहड़ा उधार पाउंदा है, जिहड़ा मुक्ति पाउंदा है, जिहड़ा तौबा करदा है, जिहड़ा परमेश्वर दी संतान बन गया, उहदा काम है जिहड़े लोग पाप दे विच मर रहे हैं, जिहड़े लोग पाप दे विच तबाह हो रहे हैं, जिहड़े लोग पाप दे विच नष्ट हो रहे हैं, उन्हां नूं जाके परमेश्वर दी खुशखबरी दा प्रचार करन दे लई प्रेरित करना, उत्साह करना। मैं किद्दां बच गया? मैनू पता लगा कि मैं पापियां आया दा सिनर। मेरी जिंदगी दे विच रुकावटां क्यों है? मेरी जिंदगी दे विच निराशा क्यों है? मेरी जिंदगी दे विच कोई काम हो नहीं रहा, मेरी जिंदगी दे विच परमेश्वर मेरी आवाज नहीं सुन रहा, मेरी जिंदगी दे विच परमेश्वर दा कोई काम नहीं हो रहा, क्यों? दसना है उन्होंने। मेरी अते आप दी ड्यूटी है कि जाके उन्होंने कहना कि परमेश्वर तेरी सुन सकता है जे तू परमेश्वर दे लई पवित्र होवेगा, क्योंकि परमेश्वर पवित्र है और परमेश्वर पवित्र व्यक्ति दी सुनता है। और पवित्र असी किदां हुंदे हां? क्योंकि परमेश्वर ने मेरे लई पवित्र होने का इंतजाम कर दिता है प्रभु यीशु मसीह दे राहीं। बाइबल दे विच लिखा, जे पहला यूहन्ना 1:9 दे विच, जे असी अपने पापां दा इकरार करिए तो साडे पापां नूं माफ करन दे लई विश्वास योग्य परमेश्वर है। यीशु मसीह दा लहू मैनू सारे पापां तो शुद्ध करदा है। पहला यूहन्ना 1:7। ये संदेश मैनू देना है। एक याजक दा कर्तव्य बनता है, भावें वो मिस्त्री होवे, भावें वो टेलर होवे, भावें वो प्लंबर होवे, भावें मजदूर होवे, कुछ भी होवे, हर एक पर्सन दा काम है परमेश्वर दी खुशखबरी नूं जिस भी खेतर दे विच रहने आ उत्थे सुणाउणा। पौलुस रसूल पत्रियां दे विच कहंदा है, मैं यहूदियां दे लई यहूदी बणिया अते जनानियां दे लई जनानी, कि उन्हां नूं मैं मसीह दे राज विच, परमेश्वर दे राज विच फेर लियावां। अपने लालच दे लई नहीं, अपनी जिंदगी दे विच खुशहाली पाउण दे लई नहीं, बल्कि परमेश्वर दे राज दी बढ़ोतरी दे लई, ताकि मेरा परमेश्वर दा आउणा जल्दी हो सके। याजक दा काम ते कर्तव्य है। जे असी ये काम नहीं करते हाँ, जिन्हां ने अपना प्रभु नूं स्वीकार कर लिया है, जिन्हां ने प्रभु यीशु मसीह नूं अपनी मुक्ति दाता मान लिया है, जिन्हां ने परमेश्वर दी आज्ञा नूं पाप बपतिस्मा लैके कलीसिया दे अंग बन चुके हैं, जो ये काम नहीं करते हैं तो वो याजक दा काम अपने जीवन दे विच पूरा नहीं कर रहे, तो परमेश्वर दे राज दे याजक नहीं। क्योंकि याजक कदे आलसी नहीं हुंदा, याजक कदे अपना ढिला नहीं हुंदा, याजक कदे भी अपने आप दे विच निकम्मा नहीं हुंदा। याजक हमेशा चकन्ना हुंदा है अते गंभीर हुंदा है, अते हर एक गल नूं बड़ी गंभीरता दे नाल सोच के करन वाला हुंदा है। इसलिए प्यारो, असी प्रभु यीशु मसीह दे विच उहदे याजक बन गए हाँ, तां असी वो काम करिए जिस काम दे लई परमेश्वर ने मैनू अते आप नूं चुनिया है। असी जे परमेश्वर दे पुत्तर हाँ तां परमेश्वर दे पुत्तर परमेश्वर दे राज दे लई काम करन इस धरती दे उत्ते, ताकि असी उस राज विच इकट्ठे होके परमेश्वर दी महिमा हमेशा हमेशा दे लई कर सकीए।
आओ ਅਸੀਂ ਇਸ याजक ਦੇ ਕੰਮ ਨੂੰ ਜੋ ਪਰਮੇਸ਼ਰ ਨੇ ਦਿੱਤਾ ਹੈ, ਪਰਮੇਸ਼ਰ ਦੇ ਉਸ ਕਰਤੱਵ ਨੂੰ ਜੋ ਪਰਮੇਸ਼ਰ ਨੇ ਮੈਨੂੰ ਅਤੇ ਆਪ ਨੂੰ ਦਿੱਤਾ ਹੈ, ਬੜੇ ਗੰਭੀਰ ਹੋ ਕੇ ਅਤੇ ਬੜੇ ਹੀ ਧੀਰਜਤਾ ਅਤੇ ਬੜੇ ਹੀ ਪਿਆਰ ਅਤੇ ਬੜੇ ਹੀ ਪਵਿੱਤਰਤਾ ਦੇ ਨਾਲ ਕਰੀਏ, ਤਾਂ ਕਿ ਜਦੋਂ ਮੇਰਾ ਪ੍ਰਭੂ ਆਵੇ ਆਪਣੇ ਰਾਜ ਦੇ ਵਿੱਚ ਮੈਨੂੰ ਇਹਨਾਂ ਕੀਤੇ ਹੋਏ ਕੰਮਾਂ ਦਾ ਇਨਾਮ ਦੇਵੇ। ਜਦੋਂ ਇਨਾਮ ਮਿਲਦਾ ਹੈ ਬੜੀ ਖੁਸ਼ੀ ਹੁੰਦੀ ਹੈ, ਪਰ ਉਸ ਦੇ ਲਈ ਅਸੀਂ ਹੁਣ ਜੀ ਤੋੜ ਕੰਮ ਕਰਨਾ ਹੈ। ਪਿਆਰੋ, ਮੈਂ ਅਤੇ ਤੁਸੀਂ ਯਾਜਕ ਹਾਂ, ਅਸੀਂ ਇਹ ਕੰਮ ਕਰੀਏ। ਜੇ ਯਾਜਕ ਨਹੀਂ ਤਾਂ ਯਾਜਕ ਬਣਨ ਦੇ ਲਈ ਅਸੀਂ ਤੌਬਾ ਕਰੀਏ, ਪਰਮੇਸ਼ਰ ਦੇ ਰਾਜ ਦੇ ਯਾਜਕ ਬਣ ਕੇ ਉਸ ਦੇ ਰਾਜ ਦੇ ਕੰਮ ਦੇ ਭਾਗੀਦਾਰ ਹੋ ਕੇ ਪਰਮੇਸ਼ਰ ਦੇ ਕੋਲ ਇਨਾਮ ਪ੍ਰਾਪਤ ਕਰਨ ਵਾਲੇ ਚੰਗੇ ਅਤੇ ਅੱਛੇ ਵਿਸ਼ਵਾਸੀ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ।